ਚਾਈਨਾ ਦੀ ਸਭ ਤੋਂ ਵੱਡੀ ਰੀਅਲ ਸਟੇਟ ਕੰਪਨੀ ਨੇ ਕੱਲ ਬੈਂਕਰਪਸੀ ਡਿਕਲੇਅਰ ਕਰਤੀ ਐਵਰਗ੍ਰੈਂਡ ਐਂਡ ਦ ਸੈਕੰਡ ਲਾਰਜੈਸਟ ਕੰਪਨੀ ਵਿਚ ਇਜ਼ ਕਾਲਡ ਕੰਟਰੀ ਗਾਰਡਨ। ਉਹ ਵੀ ਕੰਪਨੀ ਜਿਹੜੀ ਹੈ ਉਹਦਾ ਸਟਾਕ ਵੀ ਪਿਛਲੇ 1 ਮਹੀਨੇ 'ਚ 10 ਦਿਨ ਤਾਂ ਕਹਿ ਲਓ ਹਾਲਟਡ ਹੀ ਰਿਹਾ ਆ। ਸੋ ਚਾਈਨਾ ਦੀ ਰੀਅਲ ਸਟੇਟ ਇਜ਼ ਇਨ ਅ ਵੈਰੀ ਸ਼ੇਕੀ ਗਰਾਊਂਡਸ ਔਰ ਚਾਈਨਾ ਨੇ ਤੁਸੀਂ ਦੇਖਿਆ ਕਿ ਪਿਛਲੇ 3 ਮਹੀਨੇ 'ਚ ਇਸ ਹਫ਼ਤੇ ਵੀ ਉਹਨਾਂ ਨੇ ਇੰਟਰਸਟ ਗਿਰਾਇਆ ਆ। ਬਾਕੀ ਦੁਨੀਆ ਇੰਟਰਸਟ ਵਧਾਉਣ 'ਤੇ ਲੱਗੀ ਆ। ਚਾਈਨਾ ਇਜ਼ ਰਿਡਿਊਸਿੰਗ ਇੰਟਰਸਟ ਰੇਟ ਕਿ ਹੁਣ ਜਿਹੜਾ ਦੇਖੋ ਅਕਸਰ ਜੇ ਤੁਸੀਂ ਦੇਖੋ ਜਿਹੜੇ 80s ਜਾਂ 90s 'ਚ ਆਉਂਦੇ ਸੀ ਉਹ 3 ਤੋਂ 5 ਸਾਲ 'ਚ ਆਪਣਾ ਘਰ ਲੈ ਲੈਂਦੇ ਸੀ। ਹੁਣ ਜਿਹੜਾ ਰੈਂਟਰ ਆ ਰਿਹਾ ਵਿਚਾਰਾ, ਹੁਣ ਜਿਹੜਾ ਇਮੀਗ੍ਰੈਂਟ ਆ ਰਿਹਾ ਉਹ ਮਤਲਬ 10 ਸਾਲ ਤਾਂ ਵਿਚਾਰਾ ਸੋਚ ਵੀ ਨਹੀਂ ਸਕਦਾ ਵੀ ਮੈਂ ਘਰ ਲੈ ਲਵਾਂ ਬਿਕਾਜ਼ ਆਫ ਦੀ ਹਾਈ ਇੰਟਰਸਟ ਰੇਟ। ਤੇ ਗੱਲਬਾਤ ਹੁਣ ਅਸੀਂ ਕਰਾਂਗੇ ਜੀ ਮਾਰਕੀਟ ਦੇ ਤਾਜ਼ਾ ਹਾਲਾਤ ਬਾਰੇ। ਸੁਰਿੰਦਰਪਾਲ ਜੀ ਆ ਗਏ ਨੇ ਕਈ ਦਿਨਾਂ ਦੀ ਛੁੱਟੀ ਤੋਂ ਬਾਅਦ। ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ। ਤੇ ਕਈਆਂ ਨੂੰ ਇਹ ਉਮੀਦ ਹੁੰਦੀ ਹੈ ਜਦੋਂ ਵੀ ਸੁਰਿੰਦਰਪਾਲ ਜੀ ਆਉਣਗੇ ਸਾਨੂੰ ਦੱਸਣਗੇ ਵੀ ਹੁਣ ਘਰ ਖਰੀਦਣ ਲਈ ਸਹੀ ਟਾਈਮ ਹੈ। I'm not a bellwether for real estate market. In fact, real estate expert ਵੀ ਨਹੀਂ ਹੈਗਾ। I'm a financial advisor. So. ਤੇ ਮਾਰਕੀਟ ਦੇ ਕੀ ਤਾਜ਼ਾ ਹਾਲਾਤ ਨੇ? Market is purely in red, sir, for last 2 weeks. ਇਹ third week ਹੋਏਗਾ ਕਿ Dow Jones, S&P and Toronto Stock Index will be negative ਲਗਾਤਾਰ 3 ਹਫ਼ਤਿਆਂ ਤੋਂ ਔਰ in fact will be the worst week for Dow Jones since March. Similar story Toronto Stock Index ਲਈ ਹੈਗੀ ਆ। It's a sell-off all over the market ਔਰ ਚਿੰਤਾ 2-3 ਵਜ੍ਹਾ ਨਾਲ ਹੈਗੀ। ਇੱਕ ਤਾਂ ਚਾਈਨਾ ਹੈ, ਚਾਈਨਾ ਦੇ ਅੰਦਰ ਬਹੁਤ ਜ਼ਬਰਦਸਤ ਸਲੋ ਡਾਊਨ ਹੈ। ਚਾਈਨਾ ਦੀ ਸਭ ਤੋਂ ਵੱਡੀ ਰੀਅਲ ਸਟੇਟ ਕੰਪਨੀ ਨੇ ਕੱਲ ਬੈਂਕਰਪਸੀ ਡਿਕਲੇਅਰ ਕਰਤੀ ਐਵਰਗ੍ਰੈਂਡ ਐਂਡ ਦ ਸੈਕੰਡ ਲਾਰਜੈਸਟ ਕੰਪਨੀ ਵਿਚ ਇਜ਼ ਕਾਲਡ ਕੰਟਰੀ ਗਾਰਡਨ। ਉਹ ਵੀ ਕੰਪਨੀ ਜਿਹੜੀ ਹੈ ਉਹਦਾ ਸਟਾਕ ਵੀ ਪਿਛਲੇ 1 ਮਹੀਨੇ 'ਚ 10 ਦਿਨ ਤਾਂ ਕਹਿ ਲਓ ਹਾਲਟਡ ਹੀ ਰਿਹਾ ਆ। ਸੋ ਚਾਈਨਾ ਦੀ ਰੀਅਲ ਸਟੇਟ ਇਜ਼ ਇਨ ਅ ਵੈਰੀ ਸ਼ੇਕੀ ਗਰਾਊਂਡਸ ਔਰ ਚਾਈਨਾ ਨੇ ਤੁਸੀਂ ਦੇਖਿਆ ਕਿ ਪਿਛਲੇ 3 ਮਹੀਨੇ 'ਚ ਇਸ ਹਫ਼ਤੇ ਵੀ ਉਹਨਾਂ ਨੇ ਇੰਟਰਸਟ ਗਿਰਾਇਆ ਆ। ਬਾਕੀ ਦੁਨੀਆ ਇੰਟਰਸਟ ਵਧਾਉਣ 'ਤੇ ਲੱਗੀ ਆ। ਚਾਈਨਾ ਇਜ਼ ਰਿਡਿਊਸਿੰਗ ਇੰਟਰਸਟ ਰੇਟ ਔਰ ਇਸ ਹਫ਼ਤੇ ਵੀ ਘਟਾਇਆ ਉਹਨਾਂ ਨੇ 3 ਮਹੀਨੇ 'ਚ ਦੂਜੀ ਵਾਰੀ ਘਟਾਇਆ ਜੀ। ਇਸ ਕਰਕੇ ਕਿ ਦੇ ਵਾਂਟ ਟੂ ਸਪਰ ਦਾ ਗਰੋਥ ਉਹਨਾਂ ਦਾ ਟਾਰਗੇਟ ਹੈਗਾ ਵੀ 5% ਇਕਾਨਮੀ ਨੂੰ ਗਰੋ ਕਰਨਾ ਆ। ਹਾਲਾਂਕਿ 5% ਲੁਕਸ ਵੈਰੀ ਬਿਗ ਨੰਬਰ ਫਰਮ ਕੰਟਰੀਜ਼ ਲਾਈਕ ਕੈਨੇਡਾ ਔਰ US, ਦੀਜ਼ ਆਰ ਡਿਵੈਲਪ ਕੰਟਰੀਜ਼। ਲੇਕਿਨ ਕੰਟਰੀ ਲਾਈਕ ਚਾਈਨਾ ਜਿਹੜਾ ਕਿ ਆਲਰੇਡੀ ਪਿਛਲੇ 2 ਦਹਾਕਿਆਂ ਤੋਂ ਡਬਲ ਡਿਜਿਟ ਗਰੋ ਕਰ ਰਿਹਾ ਹੋਏ ਅਤੇ ਫਿਰ ਉੱਥੇ ਜੇ ਤੁਸੀਂ ਕਹੋ ਵੀ 5% ਗਰੋ ਕਰੂਗਾ ਅਤੇ ਇਸ ਕਰਕੇ ਇਸ਼ੂ ਹੈ। ਔਰ ਇਹੀ ਪ੍ਰੋਬਲਮ ਕੈਨੇਡਾ ਨੂੰ ਵੀ ਹੈਗੀ ਆ। ਕੈਨੇਡਾ 'ਚ ਵੀ ਰੀਅਲ ਸਟੇਟ ਪ੍ਰੋਬਲਮ ਹੈਗੀ ਆ। ਕੈਨੇਡਾ ਦੀ ਅੰਦਰ ਵੀ ਜਿਹੜੀ ਹੈ ਕਿ ਦੇਖੋ ਕੈਨੇਡਾ ਇਜ਼ ਅ ਕਮੋਡਿਟੀ ਰਿਚ ਕੰਟਰੀ। ਕੈਨੇਡਾ ਨੇ ਜਿਹੜੀ ਆਪਣੀ ਕਮੋਡਿਟੀਜ਼ ਨੇ, ਚਾਹੇ ਕਾਪਰ ਹੈ, ਜ਼ਿੰਕ ਹੈ, ਗੋਲਡ ਹੈ, ਆਇਲ ਹੈ, ਇਹ ਦੁਨੀਆ ਨੂੰ ਵੇਚਣਾ ਆ। ਔਰ ਚਾਈਨਾ ਇਜ਼ ਅ ਸੈਕੰਡ ਲਾਰਜੈਸਟ ਇਕਾਨਮੀ ਅਤੇ ਜੇ ਉੱਥੇ ਸਲੋ ਡਾਊਨ ਹੋ ਰਿਹਾ ਇਹਦਾ ਮਤਲਬ ਓਵਰਆਲ ਗਲੋਬਲ ਮਾਰਕੀਟ ਸਲੋ ਡਾਊਨ ਹੋ ਰਿਹਾ। ਇਸੇ ਕਰਕੇ ਤੁਸੀਂ ਦੇਖ ਰਹੇ ਹੋ ਸਾਡੀ ਲੂਨੀ ਜਿਹੜੀ ਹੈ ਇਸ ਲੈਸ ਦੈਨ 74 ਸੈਂਟਸ। ਲੂਨੀ ਦਾ ਥੱਲੇ ਜਾਣ ਦੀ ਵਜ੍ਹਾ ਦੂਸਰੀ ਇਹ ਵੀ ਹੈਗੀ ਆ ਕਿ ਇਸ ਹਫ਼ਤੇ ਜਿਹੜੀ ਤੁਸੀਂ ਹੁਣ ਇਨਫਲੇਸ਼ਨ ਦੀ ਗੱਲ ਕਰ ਰਹੀ ਸੀ ਬਈ ਇਨਫਲੇਸ਼ਨ ਜਿਹੜੀ ਹੈ ਜਿਹੜਾ ਲਾਸਟ ਮੰਥ ਦੇ ਨੰਬਰ ਆਏ ਆ ਵੀ 3.3% ਆਈ ਆ। ਐਕਸਪੈਕਟੇਸ਼ਨ ਸੀ ਵੀ 3% ਹੋਊਗੀ ਕਿਉਂਕਿ ਜੂਨ 'ਚ 2.8 ਸੀ ਵੀ ਇਹ ਐਕਸਪੈਕਟੇਸ਼ਨ ਸੀ ਵੀ ਥੋੜ੍ਹੀ ਜਿਹੀ ਵਧੇਗੀ ਪਰ ਇੰਨੀ ਜ਼ਿਆਦਾ ਵਧੇਗੀ ਇਹ ਕਿਸੇ ਵੀ ਐਕਸਪੈਕਟੇਸ਼ਨ ਨਹੀਂ ਸੀਗੀ। ਪਰ ਚੂੰਕਿ ਇਹ ਰੇਟ ਇਨਫਲੇਸ਼ਨ ਵਧੀ ਆ ਇਸ ਕਰਕੇ ਇਹ ਵੀ ਕਿਆਸਤਾਂ ਲਾਏ ਜਾ ਰਹੀਆਂ ਸੀ ਵੀ ਨੈਕਸਟ ਮੰਥ ਜਦੋਂ ਬੈਂਕ ਆਫ ਕੈਨੇਡਾ ਦੀ ਮੀਟਿੰਗ ਆ ਅਤੇ ਇਹਨੂੰ ਥੱਲੇ ਲਿਆਉਣ ਲਈ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਫਿਰ ਦੁਬਾਰਾ ਵਧਾਏਗਾ। ਜਿਹੜੀ ਤੁਸੀਂ ਗੱਲ ਕੀਤੀ ਹੈ ਮਾਰਕੀਟ ਦੀ ਜੀ ਕਿ ਮਾਰਕੀਟ ਇਸ ਵੇਲੇ ਥੋੜ੍ਹੇ ਜਿਹੇ ਜਿਹੜੇ ਮਿਲ ਰਹੇ ਨੇ ਸਿਗਨਲ ਜੀ ਉਹ ਕੋਈ ਚੰਗੇ ਨਹੀਂ ਜੀ। ਸੋ ਫਿਰ ਕੀ ਦੱਸ ਰਹੇ ਨੇ ਓਵਰਆਲ ਜੇ ਪਿਕਚਰ ਨਾਰਥ ਅਮਰੀਕਾ ਦੀ ਆਪਾਂ ਗੱਲ ਕਰੀਏ? Overall, it's telling you that we are lending for a tough time. It is ਜਿਸ ਤਰ੍ਹਾਂ ਮਾਰਕੀਟ ਮੈਂ ਹਮੇਸ਼ਾ ਕਹਿੰਦਾ ਹੁੰਦਾ ਜੀ ਸਟਾਕ ਮਾਰਕੀਟ ਆਲਵੇਜ਼ ਰਨ ਅਹੈਡ ਆਫ ਦੀ ਇਕਾਨਮੀ ਫॉर 6 to 8 months। ਇਸ ਟਾਈਮ ਜਿਹੜੇ ਤੁਸੀਂ ਦੇਖ ਰਹੇ ਆ ਜੁਲਾਈ ਦੇ ਤੁਹਾਨੂੰ ਅਨਐਮਪਲਾਇਮੈਂਟ ਦੇ ਨੰਬਰ ਵੀ ਸਾਰੇ ਵਧੀਆ ਆਉਂਦੇ ਆ, GDP ਗਰੋ ਕਰ ਰਹੀ ਹੈ। ਜੇ ਮਾਰਕੀਟ ਹੁਣ ਜੁਲਾਈ ਅਗਸਤ ਦੇ ਅੰਦਰ ਡਾਊਨ ਜਾ ਰਹੀ ਹੈ that's telling you the economic situation in February and March next year will be really bad ਕਿਉਂਕਿ ਇਹ 6 ਤੋਂ 8 ਮਹੀਨੇ ਅੱਗੇ ਚੱਲਦੀ ਹੈ। So that's telling you ਕਿ next year, first quarter, we would have a contraction in the economy probably
ਔਰ ਦੈਟ ਇਜ਼ ਦੀ ਬੈਸਟ ਸਿਨੈਰੀਓ ਫਰਮ ਆਲ ਦੀ ਜਿਹੜੇ ਫੈਡਰਲ ਬੈਂਕ ਦੇ ਗਵਰਨਰ ਨੇ ਉਹਨਾਂ ਵੱਲੋਂ ਹੈਗਾ ਵੀ ਸੌਫਟ ਲੈਂਡਿੰਗ ਹੋ ਜਾਏ, ਰਿਸੈਸ਼ਨ ਨਾ ਆਏ, ਔਰ ਦਿਸ ਇਜ਼ ਵਾਟ ਦੀ ਮਾਰਕੀਟ ਇਜ਼ ਟੈਲਿੰਗ। ਸੋ ਬੇਸਿਕਲੀ ਕਈ ਵਾਰ ਜਿਹੜੇ ਸਾਡੇ ਕਮੈਂਟ ਹੁੰਦੇ ਨੇ ਦੋਸਤ, ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਕੀ ਪਾਲਿਸੀ ਹੋਈ ਵੀ ਤੁਸੀਂ ਆਪ ਰਿਸੈਸ਼ਨ ਲਿਆਉਣਾ ਚਾਹ ਰਹੇ ਹੋ। ਪਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਣ ਇੱਕ ਤਾਂ ਇਹ ਹੈ ਕਿ ਵੀ ਇਹ ਇਕੋਨਮੀ ਨੇ ਸਲੋ ਤੇ ਹੋਣਾ, ਪਰ ਉਹ ਮਤਲਬ ਜਿਵੇਂ ਰੁਕ ਨਾ ਜਾਏ, ਝਟਕੇ ਨਾਲ ਨਾ ਥੱਲੇ ਡਿੱਗੇ, ਜ਼ਿਆਦਾ ਨੁਕਸਾਨ ਨਾ ਹੋ ਜਾਏ, ਹੌਲੀ ਜੀ ਜਿਵੇਂ ਪਲੇਨ ਉਤਰਦਾ ਉਸ ਤਰ੍ਹਾਂ soft landing ਹੋਏ। Yeah, they are looking for that is the best scenario for soft landing. So right now the economics are very well divided among themselves. ਤੇ ਮੋਸਟਲੀ ਕਹਿੰਦੇ ਵੀ ਇਹ ਰਿਸੈਸ਼ਨ ਆਊਗਾ, ਪਰ ਕੁਛ ਲੋਕ ਕਹਿੰਦੇ ਵੀ ਨਹੀਂ, ਸ਼ਾਇਦ ਅਸੀਂ ਸੌਫਟ ਲੈਂਡਿੰਗ ਰਹਿ ਜਾਵਾਂਗੇ। ਕਿਉਂਕਿ ਇਹ ਤੁਸੀਂ ਦੇਖੋ ਅਮਰੀਕਾ ਦੇ ਅੰਦਰ ਵੀ ਪਿਛਲੇ ਹਫ਼ਤੇ ਜਿਹੜੀ ਉਹਨਾਂ ਦੀ ਇੱਕ ਰੇਟਿੰਗ ਏਜੰਸੀ ਹੈ ਫਿਚ, ਉਹਨੇ ਪਹਿਲਾਂ ਤਾਂ ਅਮਰੀਕਾ ਦੀ ਹੀ ਓਵਰਆਲ ਰੇਟਿੰਗ ਘਟਾਈ ਸੀ, ਮੂਡੀਜ਼ ਨੇ ਵੀ ਰੇਟਿੰਗ ਘਟਾਈ ਸੀ। ਫਿਚ ਨੇ ਇਸ ਹਫ਼ਤੇ ਇਹ ਵੀ ਕਿਹਾ ਵੀ ਅਮਰੀਕਾ ਦੇ ਜਿਹੜੇ ਵੱਡੇ ਬੈਂਕ ਨੇ, ਖਾਸ ਤੌਰ 'ਤੇ JP Morgan Chase, ਬੈਂਕ ਆਫ ਅਮਰੀਕਾ, ਸਿਟੀ ਬੈਂਕ, ਉਹਨਾਂ ਦੀ ਵੀ ਰੇਟਿੰਗ ਘਟਾਉਣ ਜਾ ਰਹੀ ਹੈ। ਦੇਖੋ ਪਹਿਲਾਂ ਇਹਨਾਂ ਨੇ ਰੀਜਨਲ ਬੈਂਕਸ ਤੁਸੀਂ ਦੇਖਿਆ ਕਿਸ ਤਰ੍ਹਾਂ ਤਾਸ਼ ਦੇ ਪੱਤੇ ਤਰ੍ਹਾਂ ਡਿੱਗੇ ਆ ਪਿਛਲੇ ਕੁਆਟਰ ਦੇ ਅੰਦਰ। ਸੋ ਇਹ ਇੰਟਰਸਟਡ ਅੰਨ੍ਹੇਵਾਹ ਵਧਾਉਣਾ ਇਹ ਬੈਂਕਾਂ ਲਈ ਵੀ ਬਹੁਤ ਵੱਡੀ ਸਿਰਦਰਦੀ ਹੈ। ਇਸ ਕਰਕੇ ਸ਼ਮੀਰ ਜੀ ਮੇਰਾ ਆਪਣਾ ਪਰਸਨਲ ਓਪੀਨੀਅਨ ਹੈ ਵੀ ਸ਼ਾਇਦ ਸੈਪਟੈਂਬਰ ਦੇ ਅੰਦਰ in spite of this high inflation number, looking at the geopolitical situation, Bank of Canada may not raise interest rate. ਸੁਰਿੰਦਰਪਾਲ ਜੀ, ਤੁਸੀਂ ਗੱਲ ਕੀਤੀ ਹੈ ਕਿ ਭਾਵੇਂ ਹਾਲਾਤ ਜਿਸ ਤਰ੍ਹਾਂ ਦੇ ਤੁਹਾਨੂੰ ਲੱਗ ਰਹੇ ਨੇ ਓਵਰਆਲ ਇਕੋਨਮੀ ਦੇ, ਕਿ ਉਹਦੇ 'ਚ ਇੱਕ ਆਰਗੂਮੈਂਟ ਇਹ ਹੋ ਸਕਦੀ ਹੈ ਕਿ ਬੈਂਕ ਆਫ ਕੈਨੇਡਾ ਇਨਫਲੇਸ਼ਨ ਦੇ ਤਾਜ਼ਾ ਨੰਬਰ ਨੂੰ ਦੇਖਦੇ ਹੋਏ ਰੇਟ ਆਫ ਇੰਟਰਸਟ ਵਧਾ ਸਕਦਾ, ਪਰ ਤੁਹਾਡਾ ਮੰਨਣਾ ਕਿ ਸ਼ਾਇਦ ਨਾ ਕਰੇ। less than 25% ਚਾਂਸਸ ਕਿ ਵਧਾਉਣਗੇ, ਕਿਉਂਕਿ ਦੇਖੋ ਸਰ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਆਪਣੇ ਬੈਂਕਾਂ ਦੀ ਵੀ ਸਿਚੁਏਸ਼ਨ ਦੇਖਣੀ ਹੈ, ਔਰ ਕਮੋਡਿਟੀ ਮਾਰਕੀਟ ਵੀ ਦੇਖਣੀ ਹੈ, ਇਕਨੋਮਿਕ ਸਿਚੁਏਸ਼ਨ ਵੀ ਦੇਖਣੀ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੇਖਿਆ ਜਨਵਰੀ ਦੇ ਅੰਦਰ ਹੀ ਟੁੱਕ ਅ ਬ੍ਰੇਕ, ਬੈਂਕ ਆਫ ਕੈਨੇਡਾ ਨੇ ਇੰਟਰਸਟ ਨਹੀਂ ਵਧਾਇਆ ਸੀ, ਹਾਲਾਂਕਿ ਸਾਡੇ ਕਾਊਂਟਰ ਪਾਰਟ ਅਮਰੀਕਾ ਜਿਹੜਾ ਹੈ ਲਗਾਤਾਰ ਵਧਾਉਂਦਾ ਆ ਰਿਹਾ ਸੀ, ਔਰ ਸ਼ਾਇਦ ਅਮਰੀਕਾ ਸਪਟੈਂਬਰ 'ਚ ਫਿਰ ਵਧਾਏਗਾ। ਲੇਕਿਨ ਕੈਨੇਡਾ, ਆਈ ਥਿੰਕ ਬੈਂਕ ਆਫ ਕੈਨੇਡਾ ਵਿਲ ਸਿਟ ਔਨ ਅ ਸਾਈਡ ਲਾਈਨ ਐਂਡ ਵਾਚ ਦ ਸਿਚੁਏਸ਼ਨ ਸਰ। ਔਰ ਵੈਸੇ ਵੀ ਆਲਰੇਡੀ ਜਿਹੜਾ ਇਹਨੇ ਇੱਕ ਕਿਸਮ ਦਾ ਰੀਅਲ ਸਟੇਟ ਮਾਰਕੀਟ 'ਤੇ ਰੋਕ ਦਿੱਤੀ ਹੋਈ ਹੈ, ਉਲਟਾ ਹੁਣ ਕ੍ਰਾਈਸਿਸ ਪੈਦਾ ਹੋ ਗਿਆ ਬਹੁਤ ਸਾਰੀਆਂ ਫੈਮਲੀਜ਼ ਵਾਸਤੇ ਇਹਦੇ ਨਾਲ। ਬਿਲਕੁਲ ਸਰ, ਬਹੁਤ ਸਾਰੇ ਲੋਕ ਜਿਹੜੇ ਵੇਰੀਏਬਲ ਮਾਰਕੀਟ ਤੋਂ ਛੱਡੋ, ਜਿਨ੍ਹਾਂ ਨੇ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਜੇ ਫਿਕਸ ਰੇਟ 'ਤੇ ਵੀ ਲਈ ਸੀ, ਉਹਨਾਂ ਦੀ ਪੇਮੈਂਟ ਇੰਨੀ ਵੱਧ ਕੇ ਆ ਗਈ ਆ, ਅਤੇ ਉਹ ਕਿਸ ਤਰ੍ਹਾਂ ਅਫੋਰਡ, ਈਵਨ ਨਾਓ ਤੇ ਇਨਵੈਸਟਰ ਜਿਹੜੇ ਨੇ ਜੀ ਉਹ ਸੈੱਲ ਕਰ ਰਹੇ ਨੇ। ਇਨਵੈਸਟਰਸ ਆਰ ਸੈਲਿੰਗ, ਫੋਰਗੇਟ ਅਬਾਊਟ ਦੀ ਜਿਹੜਾ ਵਿਚਾਰਾ ਆਪ। ਪਰ ਇਹਦੇ 'ਚ ਫਿਰ ਹੁਣ ਕਿਤੇ ਨਾ ਕਿਤੇ ਇਉਂ ਵੀ ਤਾਂ ਲੱਗਦਾ ਕਿ ਅਸਲ ਦੇ 'ਚ ਹੋਣ ਵਾਲੀ ਤਾਂ ਇਹਨਾਂ ਦੀ ਪਾਲਿਸੀ ਜਸਟੀਫਾਈਡ ਲੱਗਦੀ ਹੈ ਕਿ ਇਹਨਾਂ ਨੂੰ ਕਰਨਾ ਪੈਣਾ ਸੀ ਰੋਕਣ ਲਈ ਜੀ, ਪਰ ਜਦੋਂ ਇਹਨਾਂ ਨੇ ਬਹੁਤ ਸੁੱਟਿਆ ਸੀ ਰੇਟ ਥੱਲੇ, ਅਤੇ ਜਦੋਂ ਜਿੰਨੀ ਤੇਜ਼ੀ ਨਾਲ ਵਧਾਇਆ ਅਲਟੀਮੇਟਲੀ ਤੇ ਉਹ ਉੱਥੋਂ ਇਹਨਾਂ ਦੀ ਗਲਤੀ ਸ਼ੁਰੂ ਹੁੰਦੀ ਹੈ ਬੈਂਕ ਦੀ। Yes, but not everything was interested not based on the housing market only. ਕਿਉਂਕਿ ਅਲਟੀਮੇਟਲੀ ਇਕਨੋਮਿਕ ਸਿਚੁਏਸ਼ਨ ਨੂੰ ਦੇਖ ਕੇ ਉਹ ਕਰਦੇ ਆ, ਲੇਕਿਨ ਹਾਊਸਿੰਗ ਮਾਰਕੀਟ 'ਤੇ ਉਹਦਾ ਕੋਲੈਟਰਲ ਡੈਮੇਜ ਜ਼ਰੂਰ ਪੈਂਦਾ ਹੈ ਜੀ। ਔਰ ਹੁਣ ਹਾਊਸਿੰਗ ਮਾਰਕੀਟ ਇਜ਼ ਇਨ ਕ੍ਰਾਈਸਿਸ ਐਟ ਦਿਸ ਮੂਮੈਂਟ, ਔਰ ਜੇ ਤੁਸੀਂ ਇੰਟਰਸਟ ਇੱਕ ਵਾਰੀ ਫੇਰ ਵਧਾਤਾ ਤਾਂ ਦੈਨ ਵਿਲ ਬੀ ਲਾਸਟ ਨੀਲ। ਇਸ ਕਰਕੇ ਮੈਨੂੰ ਵੀ ਜਾਪਦਾ ਜੀ ਵੀ ਮੇਰੀ ਪਰਸਨਲ ਓਪੀਨੀਅਨ ਹੈ, ਆਈ ਮੇ ਬੀ ਰੋਂਗ, ਕਿ ਸ਼ਾਇਦ ਸੈਪਟੈਂਬਰ 'ਚ ਬੈਂਕ ਆਫ ਕੈਨੇਡਾ ਨਹੀਂ ਵਧਾਏਗਾ। ਹਾਂ, ਜਿਹੜੀ ਹਾਊਸਿੰਗ 'ਚ ਸੰਕਟ ਹੈਗਾ ਆ, ਉਹਦੇ ਬਾਰੇ ਇੱਕ ਰਿਪੋਰਟ ਇਸ ਹਫ਼ਤੇ ਮੈਂ ਪੜ੍ਹੀ ਜੀ ਕਿ ਪਰਪਸਫੁਲ ਰੈਂਟਲਸ, ਕਿ ਸਰਕਾਰ ਜਿਹੜੀ ਹੈ ਫੈਡਰਲ ਗੌਰਮੈਂਟ ਡਿਵੈਲਪਰਸ ਨੂੰ ਪਰਪਸਫੁਲ ਰੈਂਟਲਸ ਲਈ ਫੰਡਿੰਗ ਜਿਹੜੀ ਦੇ ਉਹ 30 ਈਅਰ ਫਿਕਸ ਰੇਟ 'ਤੇ ਦੇਵੇ। ਕਿਉਂਕਿ ਦੇਖੋ ਬਿਲਡਰ ਵੀ ਜੋ ਕੋਈ ਹੈਗਾ ਆ, ਜੇ ਉਹਨੇ ਕਹਿ ਲਓ ਪ੍ਰੋਜੈਕਟ ਸ਼ੁਰੂ ਕੀਤਾ ਉਹਦਾ 2% ਇੰਟਰਸਟ ਸੀਗਾ, ਬਾਅਦ 7 ਹੋ ਗਿਆ, ਜੇ ਤੁਸੀਂ ਬਣਾ ਵੀ ਲਏ। ਪਰ ਇਹਦੇ 'ਚ ਇੱਕ ਹੋਰ ਵੱਡੀ ਪ੍ਰੋਬਲਮ ਹੈ ਜੀ, ਜਿਹੜੇ ਬਿਲਡਰ ਦੱਸਦੇ ਨੇ ਜੀ, ਉਹ ਦੱਸਦੇ ਨੇ ਜਿਹੜੇ ਟੈਨੈਂਟ ਕਾਨੂੰਨ ਨੇ ਉਹ ਇਹਨਾਂ ਤੋਂ ਡਰਦੇ ਨੇ, ਇਸ ਕਰਕੇ ਰੈਂਟਲ 'ਚ ਨਹੀਂ ਜਾਣਾ ਚਾਹੁੰਦੇ। ਨਹੀਂ, 2018 ਤੋਂ ਜਿਹੜੀ ਨਿਊ ਬਾਅਦ ਕੰਸਟਰਕਸ਼ਨ ਹੈਗੀ ਨਾ ਜਿਹੜੀ, ਉਹਦੇ 'ਚ ਤੁਹਾਡਾ ਰੈਂਟ ਕੰਟਰੋਲ ਐਕਟ ਨਹੀਂ ਹੈਗਾ ਸਰ। ਜਿਹੜੇ 2018 ਤੋਂ ਪਹਿਲੇ 18 ਜਾਂ 19 ਪਤਾ ਨਹੀਂ, ਆਈ ਡੋਂਟ ਨੋ ਐਗਜ਼ੈਕਟ ਡੇਟ, ਉਸ ਤੋਂ ਪਹਿਲਾਂ ਜਿਹੜੇ ਬਣੇ ਹੋਏ ਆ ਉਹਦੇ 'ਤੇ ਰੈਂਟ ਕੰਟਰੋਲ ਐਕਟ ਹੈਗਾ ਵੀ ਤੁਸੀਂ ਜੋ ਵੀ ਓਨਟੇਰੀਓ ਗੌਰਮੈਂਟ, ਕਿਉਂਕਿ ਓਨਟੇਰੀਓ ਦੇ ਅੰਡਰ ਆਉਂਦਾ ਆ ਵੀ ਇੰਨੇ % ਤੁਸੀਂ 2% ਜਾਂ 2.3% ਵਧਾ ਸਕਦੇ ਹੈ। ਲੇਕਿਨ ਜਿਹੜੇ ਨਵੀਂ ਕੰਸਟਰਕਸ਼ਨ 'ਤੇ ਤੁਸੀਂ ਜਿਹੜਾ ਹੈ ਉਹ ਮਾਰਕੀਟ ਰੈਂਟ ਤੁਸੀਂ ਚਾਰਜ ਕਰ ਸਕਦੇ ਹੈ।
ਲੇਕਿਨ ਪ੍ਰੋਬਲਮ ਇਹ ਹੈ ਸ਼ਮੀਲ ਜੀ ਵੀ ਪਿਛਲੇ ਕਹਿ ਲਓ 4-5 ਦਹਾਕਿਆਂ ਤੋਂ 1971 ਤੋਂ ਬਾਅਦ ਕੋਈ ਰੈਂਟਲ ਬਿਲਡਿੰਗ ਬਣੀਆਂ ਹੀ ਨਹੀਂ। ਜਿੰਨੀਆਂ ਵੀ ਲੋਕਾਂ ਨੇ ਉਹਦਾ ਬਣਨ ਦਾ ਕਾਰਨ ਇਹੀ ਦੱਸਦੇ ਨੇ ਨਾ, ਹਾਂ, ਰੈਂਟ ਕੰਟਰੋਲ ਐਕਟ, ਜਿਹੜੇ ਰੈਂਟ ਕੰਟਰੋਲ ਐਕਟ ਨੇ ਜੀ, ਓਵਰਆਲ ਜਿਹੜਾ, ਕਿਉਂਕਿ ਇਹ ਬੰਦਾ ਕੋਈ ਸਿਰਦਰਦੀ 'ਚ ਨਹੀਂ ਪੈਣਾ ਚਾਹੁੰਦਾ, ਕੋਈ ਵੀ ਜਿਹੜਾ ਬਿਲਡਰ ਹੈ। ਜੀ ਜੀ ਬਿਲਕੁਲ, ਪਰ ਇਹ ਸਿਰਦਰਦੀ ਨਹੀਂ ਪੈਣਾ ਚਾਹੁੰਦਾ ਔਰ ਬਿਲਡਰ ਕੋਲ ਕੋਈ ਗਾਰੰਟੀ ਨਹੀਂ ਹੈਗੀ ਆ। ਹੁਣ ਜਿਹੜੀ ਮੈਂ ਦੱਸ ਰਿਹਾ ਜੀ ਕਿ ਇਹ ਜਿਹੜੇ ਕੁਝ ਬੈਂਕਾਂ ਨੇ ਸੁਜੈਸਟ ਕੀਤਾ ਫੈਡਰਲ ਗੌਰਮੈਂਟ ਨੂੰ ਕਿ ਤੁਸੀਂ 30 ਈਅਰ ਫਿਕਸਡ ਲੋਨ ਜਿਹੜਾ ਹੈ ਅਵੇਲੇਬਲ ਕਰਾਓ, ਫਿਰ ਇੱਕ GST HST ਜਿਹੜਾ ਹੈ ਵੇਵ ਕਰੋ, ਜਿਹੜੇ ਨਵੀਂ ਕੰਸਟਰਕਸ਼ਨ ਜਿਹੜਾ ਕੋਈ ਓਨਲੀ ਰੈਂਟਰਸ ਲਈ, ਨਾਟ ਫॉर ਦੀ ਜਿਹੜੇ ਕਿ ਉਹਨੇ ਬਣਾ ਕੇ ਕੋਂਡੋ ਜਾਂ ਘਰ ਬਾ ਕੇ ਵੇਚਣੇ ਆ ਫॉर ਪ੍ਰੋਫਿਟ, ਸਿਰਫ ਰੈਂਟਲ ਬਿਲਡਿੰਗਸ ਤੇ ਜਿਹੜੀ ਉਹਨੇ ਸਿਰਫ ਪਰਪਸ ਰੈਂਟਲ ਜਿਹੜੇ ਬਣਾਉਣੀਆਂ ਬਿਲਡਿੰਗਾਂ ਦੇ ਉਹਦੇ ਤੇ। ਹਾਲਾਂਕਿ 2015 'ਚ ਲਿਬਰਲ ਗੌਰਮੈਂਟ ਨੇ ਆਪਣੇ ਮੈਨੀਫੈਸਟੋ 'ਚ ਇਹ ਪ੍ਰੋਮਿਸ ਕੀਤਾ ਸੀਗਾ ਬਈ ਅਸੀਂ HST ਔਰ GST ਜਿਹੜੀ ਹੈ, ਜਿਹੜੀਆਂ ਰੈਂਟਲ ਬਿਲਡਿੰਗਸ ਜਿਹੜੀਆਂ ਉਹਨੂੰ ਕੋਈ ਬਣਾਏਗਾ ਉਹ ਤੇ ਉਹਨੂੰ ਵੇਵ ਕਰ ਦਿਆਂਗੇ, ਲੇਕਿਨ ਬਾਅਦ 'ਚ ਮੁੱਕਰ ਗਈ ਜੀ। ਔਰ ਨਾਟ ਓਨਲੀ ਦਿਸ ਕਿ ਇਹਨਾਂ ਨੂੰ HST GST ਨੂੰ ਵੇਵ ਕਰਨ ਜਿਹੜੀਆਂ ਰੈਂਟਲ ਬਿਲਡਿੰਗਸ ਨੇ। ਸੈਕਿੰਡ ਜਿਹੜਾ ਹੈ ਤੁਹਾਨੂੰ ਦੱਸਿਆ ਵੀ 30 ਈਅਰ ਫਿਕਸ ਲੋਨ, ਜਿਹੜਾ ਬਿਲਡਰ ਨੂੰ ਪਤਾ ਹੋਵੇ ਵੀ ਮੈਨੂੰ ਇੰਨੇ ਇੰਟਰਸਟ 'ਤੇ ਲੋਨ ਮਿਲਣਾ ਆ, ਅਕੋਰਡਿੰਗਲੀ ਫਿਰ ਉਹ ਹਿਸਾਬ ਨਾਲ ਚੱਲੇਗਾ। ਤੀਸਰਾ ਜਿਹੜਾ ਹੈ ਕਿ ਉਹਦਾ ਟੈਕਸ ਬੈਨੀਫਿਟ ਲਾਈਕ ਕੈਪੀਟਲ ਕਾਸਟ ਅਲਾਊਂਸ ਇੱਕ ਹੁੰਦਾ ਹੈ, ਟੈਕਸੇਸ਼ਨ ਬੈਨੀਫਿਟ ਹੁੰਦਾ ਜਿਸ ਡੈਪਰੀਸੀਏਸ਼ਨ ਤੁਹਾਨੂੰ ਬਿਲਡਿੰਗ ਦੀ ਮਿਲ ਜਾਂਦੀ ਹੈ ਅਤੇ ਉਸ ਕਰਕੇ ਉਹਨੂੰ ਜਿਹੜਾ ਹੈ ਘੱਟ ਟੈਕਸ ਦੇਣਾ ਪੈਂਦਾ ਹੈ। ਯਾਨੀ ਇਸ ਤਰ੍ਹਾਂ ਦੇ ਕੁਛ ਮੈਜ਼ਰਸ ਜਦੋਂ ਇਹ ਲਿਆਉਣਗੇ ਦੈਨ ਦ ਡਿਵੈਲਪਰਸ ਵਿਲ ਬੀ ਬਿਲਡਿੰਗ। ਔਰ ਤੀਜੀ ਗੱਲ ਕੀ ਹੈ ਦੇਖੋ ਸ਼ਮੀਲ ਜੀ, ਹੁਣ ਜਿਹੜੇ ਵੀ ਬੰਦੇ ਮਤਲਬ ਸਪਲਾਈ ਹੋ ਰਹੀ ਹੈ ਰੈਂਟਲਸ ਦੇ ਅੰਦਰ, ਉਹ ਮੋਸਟਲੀ ਪ੍ਰਾਈਵੇਟ ਪਰਸਨ ਜੋ ਤੁਸੀਂ ਬੇਸਮੈਂਟ ਤੋਂ ਚਲੋ ਹੈਗੇ ਕਿ ਨਹੀਂ, ਕੋਂਡੋ ਵੀ ਤੁਸੀਂ 2 ਕੋਂਡੋ ਬਾਏ ਕਰ ਲਏ ਅਤੇ ਤੁਸੀਂ ਉਹਨੂੰ ਇੰਡੀਵਿਜੂਅਲ ਤੌਰ 'ਤੇ ਜਿਹੜਾ ਹੈ ਉਹਨੂੰ ਤੁਸੀਂ ਆਪਣਾ ਕਿਰਾਏ 'ਤੇ ਦੇ ਦਿੱਤਾ। ਉਹਦੇ ਅੰਦਰ ਕੀ ਹੈ ਕਿ ਜਿਹੜਾ ਰੈਂਟਰ ਹੈ ਉਹਦੇ ਕੋਲ ਗਾਰੰਟੀ ਵੀ ਨਹੀਂ ਹੈ। ਤੁਸੀਂ ਅਗਲੇ ਸਾਲ ਕਹਿਤਾ ਜੇ ਮੈਨੂੰ ਪਰਸਨਲ ਯੂਜ਼ ਲਈ ਚਾਹੀਦਾ ਆ ਅਤੇ ਫਿਰ ਉਹਨੂੰ ਖਾਲੀ ਕਰਨਾ ਪੈਣਾ ਆ। ਅਤੇ ਪਰ ਜੇ ਕੋਈ ਇਹ ਰੈਂਟਲ ਬਿਲਡਿੰਗ ਹੋਏਗੀ ਉਹਦੇ ਅੰਦਰ ਫਿਰ ਜਿਹੜਾ ਰੈਂਟਰ ਹੈ ਉਹਦੇ ਸਿਰ 'ਤੇ ਵੀ ਇਹ ਤਲਵਾਰ ਨਹੀਂ ਲਟਕੀ ਰਹੇਗੀ, ਕਿਉਂਕਿ ਇਹਦੇ ਰਿਪੋਰਟ 'ਚ ਇਹ ਵੀ ਦੱਸਿਆ ਸ਼ਮੀਲ ਜੀ ਨਾਲੇ ਫਿਰ ਲੋਕ ਬੇਸਮੈਂਟਾਂ 'ਚ ਕਿਉਂ ਰਹਿਣਗੇ, ਬੇਸਮੈਂਟਾਂ 'ਚ ਕਿਉਂ ਰਹਿਣਗੇ, ਇਸ ਕਰਕੇ ਉਹ ਜਿਹੜਾ ਹਾਊਸਿੰਗ ਤੇ ਪ੍ਰੈਸ਼ਰ ਉਧਰੋਂ ਵੀ ਘਟੇਗਾ। ਯੈਸ ਉਹ ਤੇ ਵੀ ਘਟੇਗਾ ਔਰ ਫਿਰ ਜਿਹੜਾ ਪ੍ਰਾਈਵੇਟ ਬਾਇਰ ਹੈ ਉਹ ਆਊਟ ਆਫ ਜਾਏਗਾ ਮਾਰਕੀਟ ਤੋਂ, ਅਤੇ ਇਹ ਕਰੈਕਸ਼ਨ ਵੀ ਮਾਰਕੀਟ ਆਟੋਮੈਟਿਕਲੀ ਆਪਣੇ ਆਪ ਲੈ ਲਏਗੀ। ਕਿਉਂਕਿ ਜੇ ਤੁਸੀਂ ਦੇਖੋ ਪਿਛਲੇ 10 ਸਾਲ 'ਚ 2011 ਤੋਂ ਲੈ ਕੇ 21 ਤੱਕ ਰੈਂਟਰਸ 3 ਗੁਣਾ ਵਧੇ ਨੇ ਜੀ, 3 ਟਾਈਮਸ, ਅਤੇ ਆਲਰੇਡੀ ਕਿੱਲਤ ਮਾਰਕੀਟ ਦੇ ਅੰਦਰ ਹੈਗੀ ਆ। ਅਤੇ ਜਿਹੜੀਆਂ ਰੈਂਟਰ ਬਿਲਡਿੰਗ ਨੇ ਮੇਰੇ ਖਿਆਲ ਉਹ ਨਾ ਮਾਤਰ ਹੀ ਬਣੀਆਂ ਹੀ ਨਹੀਂ ਨਾ ਜੀ ਨਾ। ਤੁਸੀਂ ਮੈਨੂੰ ਦੱਸ ਦਿਓ, ਯੂ ਕੈਨ ਕਾਊਂਟ ਔਨ ਦ ਫਿੰਗਰਸ ਵੀ ਇੱਥੇ ਟੋਰਾਂਟੋ ਦੇ ਅੰਦਰ ਕੋਈ ਨਵੀਆਂ ਬਿਲਡਿੰਗਾਂ ਬਣੀਆਂ ਹੋਣ। ਔਰ ਇੱਕ ਗੱਲ ਹੋਰ ਆ ਕਿ ਹੁਣ ਜਿਹੜਾ ਦੇਖੋ ਅਕਸਰ ਜੇ ਤੁਸੀਂ ਦੇਖੋ ਜਿਹੜੇ 80s ਜਾਂ 90s 'ਚ ਆਉਂਦੇ ਸੀ ਉਹ 3 ਤੋਂ 5 ਸਾਲ 'ਚ ਆਪਣਾ ਘਰ ਲੈ ਲੈਂਦੇ ਸੀਗੇ। ਹੁਣ ਜਿਹੜਾ ਰੈਂਟਰ ਆ ਰਿਹਾ ਵਿਚਾਰਾ, ਹੁਣ ਜਿਹੜਾ ਇਮੀਗ੍ਰੈਂਟ ਆ ਰਿਹਾ, ਉਹ ਮਤਲਬ 10 ਸਾਲ ਤਾਂ ਵਿਚਾਰਾ ਸੋਚ ਵੀ ਨਹੀਂ ਸਕਦਾ ਵੀ ਮੈਂ ਘਰ ਲੈ ਲਵਾਂ ਬਿਕਾਜ਼ ਆਫ ਦੀ ਹਾਈ ਇੰਟਰਸਟ ਰੇਟ। ਐਂਡ ਸੈਕਿੰਡ ਜਿਹੜਾ ਹੈ ਕਿ ਉਹ ਪਰਚੇਸਿੰਗ ਪਾਵਰ ਵੀ ਉਨੀ ਨਹੀਂ ਹੈਗੀ ਹੈ। ਬੇਸ਼ੱਕ ਮਿਨੀਮਮ ਵੇਜਸ ਵਧੇ ਹੋਏ ਨੇ ਪਰ ਨਹੀਂ ਜੀ, ਹੁਣ ਤਾਂ ਤੁਸੀਂ 10 ਸਾਲ ਦੀ ਗੱਲ ਕਰ ਰਹੇ ਹੋ। ਜੇ ਜਿਹੜੇ ਉਸ ਜਿਹੜੀ ਇਨਕਮ ਬ੍ਰੈਕਟ ਵਾਲੇ ਲੋਕ ਜਿਹੜੇ ਨਵੇਂ ਆਏ ਹੁੰਦੇ ਨੇ ਜ਼ਿਆਦਾਤਰ, ਉਹਨਾਂ ਨੂੰ ਤਾਂ ਐਂ ਲੱਗਦਾ ਵੀ ਉਹ ਕਦੇ ਵੀ ਨਹੀਂ ਲੈ ਸਕਦੇ ਕਰੰਟ ਜੋ। ਇਟ ਇਜ਼ ਅ ਡਰੀਮ, ਐਬਸੋਲੂਟਲੀ। ਤੁਸੀਂ ਠੀਕ ਕਹਿ ਰਹੇ ਸਰ, ਇਹ ਮਤਲਬ ਚਿੰਤਾ ਦਾ ਵਿਸ਼ਾ ਹੈਗਾ ਆ ਔਰ ਇਹੀ ਕੈਨੇਡੀਅਨ ਜਾਂ ਨਾਰਥ ਅਮਰੀਕਨ ਡਰੀਮ ਦੇਖ ਕੇ ਲੋਕ ਆਉਂਦੇ ਔਰ ਇਸ ਡਰੀਮ ਨੂੰ ਕਿਲ ਕਰ ਰਿਹਾ। ਯੈਸ, ਕਿਉਂਕਿ ਇਸੇ ਕਰਕੇ ਲੋਕ ਆਉਂਦੇ ਸੀ ਨਾ ਇਹਨਾਂ ਮੁਲਕਾਂ 'ਚ ਕਿ ਅਸੀਂ ਇੱਥੇ ਘਰ ਲੈ ਸਕਦੇ ਹਾਂ 2-3 ਸਾਲਾਂ 'ਚ, ਇੱਥੇ ਅਸੀਂ ਬਾਕੀ ਸਾਰੀਆਂ ਸਹੂਲਤਾਂ ਲੈ ਸਕਦੇ ਹਾਂ। ਜੇ ਹੁਣ ਉਹ ਅਫੋਰਡੇਬਲ ਨਹੀਂ ਰਹੀਆਂ ਅਤੇ ਲੋਕਾਂ ਨੂੰ ਜਿਸ ਤਰ੍ਹਾਂ ਹਾਲਾਤ 'ਚ ਰਹਿ ਰਹੇ ਨੇ, ਅਤੇ ਫਿਰ ਡਰੀਮ ਕਾਹਦਾ ਰਹਿ ਗਿਆ? ਉਹ ਬਿਲਡਿੰਗਾਂ ਦੂਰੋਂ ਦੇਖਣ ਦਾ ਡਰੀਮ ਥੋੜ੍ਹਾ ਵੀ CN ਟਾਵਰ ਦੇਖਣਾ, ਇਸ ਲਈ ਲੋਕ ਆਉਂਦੇ ਨੇ ਇੱਥੇ। ਨਹੀਂ। ਔਰ ਫਿਰ ਕੁਛ ਜਿਹੜੇ ਇੱਥੋਂ ਦੇ ਬੱਚੇ ਵੀ ਜਿਹੜੇ ਚਲੋ ਸਾਡੇ ਬੱਚੇ ਆ, ਹੁਣ ਜਿਹੜਾ ਪੜ੍ਹ ਕੇ ਉਹਨੇ ਬਾਹਰ ਨਿਕਲਣਾ ਆ, ਉਹਦੇ ਲਈ ਬਹੁਤ ਵੱਡਾ ਇਹ ਇਸ਼ੂ ਆ ਕਿ ਆਪਣੇ ਕੰਟਰੀ ਦੇ ਅੰਦਰ ਹੀ ਹੀ ਇਜ਼ ਹੈਲਪਲੈਸ ਕਿ ਉਹਨੂੰ ਘਰ ਲੈਣ ਲਈ ਅਨਲੈਸ ਉਹਦੇ ਪੇਰੈਂਟਸ, ਪਿੱਛੇ CIBC ਦੀ ਰਿਪੋਰਟ ਸੀ ਕਿ ਪਿਛਲੇ ਸਾਲ ਕਿ 33% ਜਿਹੜੇ ਪੇਰੈਂਟਸ ਨੇ ਉਹ ਹੈਲਪ ਕਰਦੇ ਨੇ ਆਪਣੇ ਬੱਚੇ ਨੂੰ ਘਰ ਲੈਣ ਲਈ, ਡਾਊਨ ਪੇਮੈਂਟ ਲੈ ਕੇ ਦਿੰਦੇ ਨੇ। ਹੁਣ ਇਕੱਲਾ ਡਾਊਨ ਪੇਮੈਂਟ ਹੀ ਨਹੀਂ ਹੁੰਦੀ, ਤਾਂ ਇੰਟਰਸਟ ਇੰਨੇ ਵਧੇ ਆ, ਹੁਣ ਵੇਰੀਏਬਲ ਰੇਟਸ ਤੇ ਮੌਰਗੇਜਸ ਨੇ, ਉਹ ਕਿਸ ਤਰ੍ਹਾਂ ਚਲਾਉਣਗੇ ਘਰ? ਸੁਰਿੰਦਰਪਾਲ ਜੀ, ਜਿਵੇਂ ਮੈਂ ਗੱਲ ਕੀਤੀ ਸੀ ਕਿ ਆਟੋਵਾ ਦੀ ਯੂਨੀਵਰਸਿਟੀ ਦੀ ਇੱਕ ਥਿੰਕ ਟੈਂਕ ਦੀ ਰਿਪੋਰਟ ਹੈ ਕਿ ਹਾਊਸਿੰਗ ਦੀ ਜਦੋਂ ਕ੍ਰਾਈਸਿਸ ਦੀ ਗੱਲ ਕਰਦੇ, ਇਹਦੇ 'ਚ ਜਿਹੜੀਆਂ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਇਹਨਾਂ ਨੂੰ ਵੀ ਇਨਵੋਲਵ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦਾ ਵੀ ਬੜਾ ਵੱਡਾ ਰੋਲ ਹੈ। ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਇਨਰੋਲਮੈਂਟ ਹੈ ਉਹ ਬਹੁਤ ਜ਼ਿਆਦਾ ਵਧੀ ਹੈ
ਜੀ ਪਿਛਲੇ ਸਾਲਾਂ 'ਚ, ਜੀ ਉਸ ਹਿਸਾਬ ਨਾਲ ਉਹਨਾਂ ਨੇ ਜਿਹੜੇ ਸਟੂਡੈਂਟ ਰੈਜ਼ੀਡੈਂਸ ਸਪੇਸਿਸ ਨੇ ਉਹ ਕੋਈ ਵੀ ਨਹੀਂ ਐਡ ਕੀਤੀ। ਹੈ ਹੀ ਨਹੀਂ ਸਰ। ਤੇ- ਕਾਲਜਸ ਕਿਹੜੇ ਕਾਲਜਸ ਦੀ ਤੁਸੀਂ ਮੈਨੂੰ ਦੱਸੋ ਸਟੂਡੈਂਟ ਹਾਊਸਿੰਗ ਹੈਗੀ ਆ? ਯੂਨੀਵਰਸਿਟੀਜ਼ ਦੀ ਹੈਗੀ ਆ। ਹਾਂਜੀ, ਯੂਨੀਵਰਸਿਟੀਜ਼ ਦੇ ਅੰਦਰ ਆਈ ਨੋ ਮੇਰਾ ਛੋਟਾ ਭਰਾ, ਯੂਨੀਵਰਸਿਟੀ 'ਚ ਇੰਨੀ ਭੀੜ ਵੀ ਨਹੀਂ ਹੈ ਜਿਹੜੀ ਇੰਟਰਨੈਸ਼ਨਲ ਸਟੂਡੈਂਟ। ਹਾਂ ਇਹ ਕਾਲਜਸ ਦਾ ਪ੍ਰੋਬਲਮ ਹੈ। ਉਹ ਸੀਰੀਅਸ ਜਿਹੜਾ ਪੜ੍ਹਨ ਵਾਲਾ ਬੱਚਾ ਨਾ ਜੀ, ਹਾਂਜੀ ਉਹ ਯੂਨੀਵਰਸਿਟੀ ਆਉਂਦਾ ਹੈ। ਹਾਂਜੀ, ਜਿਹੜਾ ਬੱਚਾ ਇਹਨੂੰ ਕਮਿਊਨਿਟੀ ਕਾਲਜਸ ਕਹਿੰਦੇ ਆ, ਲਾਈਕ ਇਹਨਾਂ ਦੇ ਅੰਦਰ ਦੀ ਪਰਪਸ ਇਜ਼ ਟੂ ਗੈਟ ਦੀ ਪਰਮਨੈਂਟ ਰੈਜ਼ੀਡੈਂਸ। ਸੋ ਉਹ ਹੁਣ ਇੰਨੀ ਵੱਡਾ ਨੰਬਰ ਹੋ ਗਿਆ ਜੀ ਜਿਹੜੀ ਇਹ ਰੈਂਟਲ ਮਾਰਕੀਟ ਹੈ ਜੀ, ਉਹਦੇ ਸਟ੍ਰੈਸ ਉਹਨਾਂ ਨੇ ਕ੍ਰੀਏਟ ਕੀਤਾ। ਇਹਦੇ ਨਾਲ ਹਾਊਸਿੰਗ ਕ੍ਰਾਈਸਿਸ ਪਹਿਲਾਂ ਹੀ ਹੋਰ ਫੈਕਟਰ ਕਰਕੇ ਸੀਰੀਅਸ ਸੀ, ਇੱਕ ਨਾਲ ਇਹ ਐਡ ਹੋ ਗਿਆ। ਸੋ ਇਹਨਾਂ ਇਹ ਥਿੰਕ ਟੈਂਕ ਦੀ ਰਿਪੋਰਟ ਹੈ ਕਿ ਵੀ ਜਿਵੇਂ ਇਮੀਗ੍ਰੇਸ਼ਨ ਦੇ ਨੰਬਰ ਨੇ ਉਹ ਤਾਂ ਸਰਕਾਰ ਕੰਟਰੋਲ ਕਰਦੀ ਹੈ, ਸਟੂਡੈਂਟ ਐਨਰੋਲਮੈਂਟ ਤਾਂ ਪੂਰੀ ਤਰ੍ਹਾਂ ਇਹਨਾਂ ਇੰਸਟੀਟਿਊਸ਼ਨ 'ਤੇ ਛੱਡੀ ਹੋਈ ਆ। ਹਾਂ ਬਿਲਕੁਲ ਠੀਕ ਸੋ ਹੈ। ਜਦ ਤੱਕ ਤੁਸੀਂ ਇਹਨਾਂ ਨੂੰ ਵਿੱਚ ਇਨਵੋਲਵ ਨਹੀਂ ਕਰਦੇ ਜੀ, ਉਦੋਂ ਤੱਕ ਇਹ ਵੀ ਇੱਕ ਇਸ਼ੂ ਹੈ ਜਿਹਨੂੰ ਨਾਲ ਜੋੜਨ ਦੀ ਲੋੜ ਹੈ। ਬਿਲਕੁਲ ਠੀਕ ਕਹਿ ਰਹੇ ਸਰ। ਇਨਫੈਕਟ ਮੈਂ ਇਸ ਹਫ਼ਤੇ ਪੜ੍ਹਿਆ ਸੀ ਕਿ ਜਿਹੜੇ NDP ਦੇ ਲੀਡਰ ਨੇ ਜਗਮੀਤ ਸਿੰਘ, though I may not subscribe to his policies, but I like his idea। ਉਹ ਕਹਿੰਦਾ ਵੀ ਸਟੱਡੀ ਪਰਮਿਟ ਉਹਨਾਂ ਇੰਸਟੀਟਿਊਸ਼ਨ ਨੂੰ ਅਲਾਉ ਕਰੋ ਜਿਨ੍ਹਾਂ ਕੋਲ ਹਾਊਸਿੰਗ ਹੈਗੀ ਹੈ। ਜੇ ਤੁਸੀਂ ਕਾਲਜ ਖੋਲ੍ਹਿਆ ਹੋਇਆ, ਤੁਸੀਂ 30 ਇੰਟਰਨੈਸ਼ਨਲ ਸਟੂਡੈਂਟ ਲੈ ਕੇ ਆਉਣੇ ਆ, then you should provide ਕਿ you have resources, you have availability ਕਿ ਉਹ 30 ਸਟੂਡੈਂਟ ਇੱਥੇ ਆ ਕੇ ਰਹਿਣਗੇ। ਜਿੰਨੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਐਨਰੋਲਮੈਂਟ ਦੇਣੀ ਹੈ ਜੀ, ਉਹਨੇ ਤੁਹਾਡੇ ਕੋਲ ਰੈਜ਼ੀਡੈਂਸਸ ਹੋਣੇ ਜ਼ਰੂਰੀ ਨੇ, ਕਾਨੂੰਨ ਬਣਨਾ ਚਾਹੀਦਾ। ਐਬਸੋਲੂਟਲੀ ਉਹਨੇ ਸਟੱਡੀ ਪਰਮਿਟ ਤੁਸੀਂ ਦਿਓ ਜਿੰਨੀ ਤੁਹਾਡੇ ਕੋਲ ਸਟੂਡੈਂਟ ਹਾਊਸਿੰਗ ਹੈਗੀ ਆ। ਜੇ ਸਟੂਡੈਂਟ ਹਾਊਸਿੰਗ ਹੀ ਨਹੀਂ ਹੈ ਤਾਂ ਤੁਸੀਂ ਐਵੇਂ ਲਿਆ ਕੇ ਤੁਸੀਂ ਮਤਲਬ ਆਪਣੀ ਬਲਾ ਜਿਹੜੀ ਹੈ ਉਹ ਸਿਟੀ 'ਤੇ ਸੁੱਟ ਰਹੇ ਹੋ, ਸਿਟੀ ਦੇ ਗੱਲ ਪਾ ਰਹੇ ਹੋ, ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਉਹ ਸੁੱਟ ਰਹੇ ਹੈਗੇ। ਦੈਟ ਇਜ਼ ਰੋਂਗ। ਸੋ ਦੇ ਆਲ ਹੈਵ ਟੂ ਵਰਕ ਇਨ ਕੰਜੰਕਸ਼ਨ ਵਿਦ ਈਚ ਅਦਰ। ਕੋਆਰਡੀਨੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਦੇਖੋ ਸ਼ਮੀਲ ਜੀ, ਪਿਛਲੇ 1 ਸਾਲ 'ਚ 12 ਲੱਖ ਬੰਦਾ ਇੱਥੇ ਕੈਨੇਡਾ 'ਚ ਨਵਾਂ ਆਇਆ। ਕਹਿਣ ਨੂੰ ਸਾਡੀ GDP ਗਰੋ ਕਰ ਰਹੀ ਹੈ, ਲੇਕਿਨ ਸਰ GDP ਗਰੋ ਕਰ ਰਹੀ ਹੈ ਬਟ ਸ਼ੇਅਰ ਬਿਕਾਜ਼ ਆਫ ਇਮੀਗ੍ਰੇਸ਼ਨ। ਜਿਹੜੀ ਪਰਚੇਜ਼ਿੰਗ ਸਪੈਂਡਿੰਗ ਹੈ, ਕੰਜ਼ਿਊਮਰ ਸਪੈਂਡਿੰਗ ਹੈ, ਇਸ ਹਫ਼ਤੇ ਰਿਪੋਰਟ ਸੀਗੀ ਵੀ ਪਿਛਲੀ ਜੂਨ ਤੋਂ ਲੈ ਕੇ ਇਸ ਜੂਨ ਤੱਕ 1.4% ਘਟੀ ਹੈ। ਤੁਸੀਂ ਕਹਿ ਰਹੇ ਹੋ ਜੀ GDP ਸਾਡੀ 3% ਗਰੋ ਕੀਤੀ ਹੈ, ਔਰ ਇਹ 1.4% ਜਿਹੜੀ ਕੰਜ਼ਿਊਮਰ ਸਪੈਂਡਿੰਗ ਘਟੀ ਆ, ਇਹ ਮਤਲਬ ਨੈਸ਼ਨਲ ਨੰਬਰ ਹੈ। ਟੋਰਾਂਟੋ 'ਚ 2.5% ਘਟੀ ਹੈ, ਮੌਂਟਰੀਅਲ 3.5% ਘਟੀ ਆ, ਔਰ ਆਟਵਾ 'ਚ 6.5% ਘਟੀ ਆ। ਤੇ ਜੇ ਤੁਸੀਂ ਕਹਿ ਲਓ ਕੰਜ਼ਿਊਮਰ ਸਪੈਂਡਿੰਗ ਘਟ ਰਹੀ ਹੈ, then how GDP is growing? GDP is not growing because of organic growth. GDP is growing sheer immigration। ਔਰ ਇਹ ਕਦੋਂ ਤੱਕ ਚੱਲਣਾ ਹੈ? ਔਰ ਉਹਦੇ 'ਚ ਜਿਹੜੇ ਇਹ ਬੜੇ ਮਾਣ ਨਾਲ ਸਾਡੇ ਮਿਨਿਸਟਰ ਦੱਸਦੇ ਹੁੰਦੇ ਨੇ ਕਿ ਜੀ ਸਾਡੇ ਕੋਲ 22 ਬਿਲੀਅਨ 23 ਬਿਲੀਅਨ 24 ਬਿਲੀਅਨ ਸਟੂਡੈਂਟ ਵੀਜ਼ਾ ਪ੍ਰੋਗਰਾਮ ਨਾਲ ਆ ਗਿਆ ਜੀ। ਜਾਂ ਉਹਨੂੰ ਹੈਂਡਲ ਨਹੀਂ ਸਹੀ ਕੀਤਾ ਜਾ ਰਿਹਾ ਸਰ। ਦਿਸ ਇਜ਼ ਜਸਟ ਬ੍ਰਿੰਗ ਇਨ ਵੀ ਜਿਵੇਂ ਤੁਸੀਂ ਕਹਿ ਲਓ ਵੀ ਮਕਾਨ ਬਣਾਉਣਾ ਆ, ਇੱਟਾਂ ਸਟਾਲੀਆਂ, ਸੀਮੈਂਟ ਸਟਾਲਿਆ, ਤੁਸੀਂ ਮਤਲਬ ਤੁਹਾਡੇ ਕੋਲ ਕੋਈ ਮੈਪ ਹੈ, ਲੇਕਿਨ ਕੋਈ ਡਿਜ਼ਾਈਨ ਲੇਆਊਟ ਹਾਂ ਲੇਆਊਟ ਹੈ ਨਹੀਂ ਵੀ ਤੁਹਾਡੇ ਕੋਲ, ਹੈ ਨਹੀਂ ਵੀ, ਔਰ ਫਿਰ ਤੁਹਾਡੇ ਕੋਲ ਮਿਸਤਰੀ ਹੈ ਨਹੀਂ ਵੀ ਉਹਨੂੰ ਬਣਾਏਗਾ ਕਿਸ ਤਰ੍ਹਾਂ, ਬਸ ਲਿਆ ਕੇ ਸੁੱਟ ਦਿੱਤਾ ਤੁਸੀਂ। ਤੇ ਉਹ ਇਸ ਤਰ੍ਹਾਂ ਥੋੜ੍ਹਾ ਨਾ ਸਰ, ਇਟਸ ਨਾਟ ਅ ਰਾਈਟ ਵੇ ਆਫ ਬਿਲਡਿੰਗ ਦ ਕੰਟਰੀ। ਕੋਈ ਸਰਕਾਰਾਂ ਚਲਾਉਣ ਦਾ ਤਰੀਕਾ ਥੋੜ੍ਹਾ ਨਹੀਂ, ਦੇयर ਸ਼ੁੱਡ ਬੀ ਅ ਪ੍ਰੋਪਰ ਕੋਆਰਡੀਨੇਸ਼ਨ। ਮਤਲਬ ਅਨਾੜੀਆਂ ਵਾਲੇ ਕੰਮ ਨੇ ਜਿਹੜੇ ਹੋ ਰਹੇ ਨੇ। ਬੁਰਾ ਲੱਗੇਗਾ ਕਈਆਂ ਨੂੰ, ਪਰ ਹੁਣ ਜਿਹੜੀ ਸੱਚਾਈ ਹੈ ਉਹ ਤੇ ਕਹਿਣੀ ਪਏਗੀ। ਜੀ ਜੀ। ਤੇ ਖੈਰ ਜੀ, ਇੱਕ ਆਖਰ ਦੇ ਵਿੱਚ ਕਿਉਂਕਿ ਸਟੂਡੈਂਟ ਵੀ ਦੀ ਗੱਲ ਚੱਲ ਰਹੀ ਸੀ, ਇੱਥੋਂ ਮੈਨੂੰ ਅੱਗੇ ਯਾਦ ਆ ਗਿਆ ਕਿ ਜਿਹੜੇ ਸਟੂਡੈਂਟਸ ਨੇ RESP ਵਗੈਰਾ ਜਿਨ੍ਹਾਂ ਨੇ ਐਨਰੋਲ ਕੀਤਾ ਹੋਇਆ, ਤੇ ਜਦੋਂ ਹੁਣ ਲੈਣੇ ਹੁੰਦੇ ਨੇ ਉਹ ਜੀ ਉਹ ਪੈਸੇ ਲੈਣ ਦਾ ਵਧੀਆ ਤਰੀਕਾ ਕੀ ਹੋ ਸਕਦਾ, ਉਹਦੇ ਬਾਰੇ ਗੱਲਾਂ ਜਿਹੜੀ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਬਿਲਕੁਲ ਠੀਕ ਕਹਿ ਰਹੇ ਸ਼ਮੀਲ ਜੀ। ਦੇਖੋ RESP ਇੱਕ ਐਸਾ ਸਬਜੈਕਟ ਹੈ ਕਿ ਲੋਕ ਲੈ ਤਾਂ ਲੈਂਦੇ ਆ, ਲੇਕਿਨ ਮੈਂ ਹਮੇਸ਼ਾ ਕਹਿੰਦਾ ਫਾਈਨੈਂਸ਼ੀਅਲ ਪਲਾਨਿੰਗ ਦੇ ਅੰਦਰ ਐਂਟਰੀ ਔਰ ਐਗਜ਼ਿਟ ਦੇ ਬੋਥ ਆਰ ਵੈਰੀ ਇੰਪੋਰਟੈਂਟ। ਸੇਮ ਥਿੰਗ ਫॉर ਇਨਵੈਸਟਮੈਂਟ, ਐਗਜ਼ਿਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਮੋਸਟਲੀ ਲੋਕੀ ਮਤਲਬ ਅੰਨੇਵਾਹ ਤੁਰ 'ਤੇ ਜਾਂਦੇ ਆ, ਔਰ ਮੋਸਟਲੀ RESP ਦੇ ਅੰਦਰ ਜਿਹਨਾਂ ਲੋਕਾਂ ਨੇ ਬਾਏ ਕੀਤੀ ਹੁੰਦੀ ਆ, RESP ਸੇਲਸ ਪਰਸਨ ਜਿਹੜੀ ਸੀ ਮੋਸਟਲੀ ਇਹ ਸਕਾਲਰਸ਼ਿਪ ਟਰਸਟ ਕੰਪਨੀਆਂ ਦੇ ਹੁੰਦੇ ਸੀ, ਜਿਹੜੀ 3-4 ਕੰਪਨੀਆਂ ਹੁੰਦੀਆਂ ਸੀਗੀਆਂ, ਔਰ 82% ਉਹਦੇ ਅੰਦਰ ਜਿਹੜਾ ਕਹਿ ਲਓ ਟਰਨਓਵਰ ਰੇਟ ਆ, ਮਤਲਬ 82% ਏਜੰਟ ਛੱਡ ਗਏ ਆ। ਹੁਣ ਜਦੋਂ ਪੈਸੇ ਕਢਾਉਣੇ ਆ, ਇਹਦੇ 'ਚ ਲੋਕਾਂ ਨੂੰ ਬੜੀ ਪ੍ਰੋਬਲਮਸ ਆਉਂਦੀਆਂ। ਹੁਣ ਜਦੋਂ ਤੁਸੀਂ ਪੈਸੇ ਕਢਾਉਣੇ 'ਚ ਕਿੰਨਾ ਚੀਜ਼ਾਂ ਦਾ ਖਿਆਲ ਰੱਖਣਾ। ਦੇਖੋ, ਇੱਕ ਤਾਂ ਪਹਿਲੀ ਗੱਲ ਹੈ ਕਿ ਇਸ ਸਾਲ ਸਰਕਾਰ ਨੇ ਤੁਹਾਨੂੰ ਇਹ ਅਲਾਓ ਕਰਤਾ ਆ ਕਿ ਫਸਟ 12 ਵੀਕਸ ਦੇ ਅੰਦਰ ਤੁਸੀਂ $8,000 ਕਢਾ ਸਕਦੇ ਆ। ਪਹਿਲਾਂ 5,000 ਦੀ ਲਿਮਿਟ ਹੁੰਦੀ ਸੀ, ਤੁਸੀਂ 8,000 ਕਢਾ ਸਕਦੇ ਆ। ਮੈਂ ਐਗਜ਼ਾਮਪਲ ਦਿੰਦਾ ਆ। ਮੰਨ ਲਓ ਤੁਸੀਂ ਅੱਜ 2023 ਆ, ਵੀ 18 ਸਾਲ ਪਹਿਲਾਂ ਮੰਨ ਲਓ 2005 ਕੋਈ ਬੱਚਾ ਜੰਮਿਆ ਸੀਗਾ, ਉਹ ਤੁਸੀਂ ਮੰਨ ਲਓ ਉਹਦੇ $200 ਮੰਥਲੀ ਪਾ ਰਹੇ ਸੀਗੇ, ਅਤੇ ਅੱਜ ਕਹਿ ਲਓ ਬਈ ਉਹ ਸਣੇ ਤੁਹਾਡਾ ਪ੍ਰਿੰਸੀਪਲ
ਵਿਦ ਗੌਰਮੈਂਟ ਗ੍ਰਾਂਟ ਵਿਦ ਦੀ ਇੰਟਰਸਟ ਅੱਜ ਕੱਲ੍ਹ ਉਹ ਤੁਹਾਡਾ ਉਹ $70,000 ਬਣਿਆ ਹੋਇਆ ਸਪੋਜ਼, ਠੀਕ ਹੈ। ਹੁਣ $70,000 ਤੁਸੀਂ ਕਢਾਉਣਾ ਕਿੱਦਾਂ ਆ? ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਫਸਟ ਜਦੋਂ ਤੁਸੀਂ ਬੱਚੇ ਨੂੰ ਹੁਣ ਸੈਪਟੈਂਬਰ 'ਚ ਜਾਣਾ ਆ ਤਾਂ ਉਹਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਦਿਖਾਉਣਾ ਵੀ ਬੱਚੇ ਨੇ ਇੱਥੇ ਰਜਿਸਟਰ ਕੀਤਾ ਇਸ ਇੰਸਟੀਟਿਊਸ਼ਨ ਦੇ ਅੰਦਰ। ਫਸਟ 12 ਵੀਕਸ ਦੇ ਅੰਦਰ ਤੁਸੀਂ ਜਿਹੜਾ ਪੋਰਸ਼ਨ ਗ੍ਰਾਂਟ ਦਾ ਔਰ ਇੰਟਰਸਟ ਦਾ ਹੈ ਉਹਦੇ 'ਚੋਂ $8,000 ਲੈ ਸਕਦੇ ਆ, ਠੀਕ ਹੈ। ਮੰਨ ਲਓ ਤੁਸੀਂ $200 ਮੰਥਲੀ ਦੇ ਰਹੇ ਸੀਗੇ, ਸਪੋਜ਼ ਤੁਸੀਂ $35,000 ਆਪਣਾ ਦਿੱਤਾ ਆ, ਮੰਨ ਲਓ ਉਸ 'ਤੇ ਕਹਿ ਲਓ ਗ੍ਰਾਂਟ ਦੀ ਲਿਮਿਟ ਹੈ $7200 ਦੀ, ਠੀਕ ਹੈ। ਜੇ ਤੁਸੀਂ ਇਨਕਮ ਘੱਟ ਸੀ ਤਾਂ $9200 ਦੀ, $9200 ਤੁਹਾਡਾ ਕਹਿ ਲਓ ਗ੍ਰਾਂਟ ਦਾ ਆ ਗਿਆ, 35 ਤੇ 9 $44,000 ਹੋ ਗਿਆ, ਔਰ ਕਹਿ ਲਓ ਬਾਕੀ ਜਿਹੜਾ ਤੁਹਾਡਾ ਹੈਗਾ $26,000 ਉਹ ਇੰਟਰਸਟ ਹੈਗਾ ਆ। ਕਿਉਂਕਿ RESP 'ਚ ਜਿਹੜੀ ਗਰੋਥ ਹੈ ਉਹ ਟੈਕਸ ਡਿਫਰਲ ਹੈ, ਠੀਕ ਹੈ। ਹੁਣ ਜੇ ਤੁਸੀਂ ਪੈਸੇ ਕਢਾਉਣੇ ਆ, ਤੁਹਾਡਾ ਬੱਚਾ ਹੁਣ 2023 18 ਸਾਲ ਦਾ ਹੋ ਗਿਆ, ਤੁਹਾਨੂੰ ਪਹਿਲਾਂ ਤਾਂ ਜਿਹੜਾ ਆਪਣਾ ਗ੍ਰਾਂਟ ਔਰ ਇੰਟਰਸਟ ਪੋਰਸ਼ਨ 'ਚੋਂ $8,000 ਕਢਾਉਣੇ, ਨਾ ਕਿ ਪ੍ਰਿੰਸੀਪਲ 'ਚੋਂ, ਠੀਕ ਹੈ। ਕਿਉਂ? ਕਿਉਂਕਿ ਪ੍ਰਿੰਸੀਪਲ 'ਤੇ ਤੁਹਾਡਾ ਕੋਈ ਟੈਕਸ ਲੱਗਦਾ ਨਹੀਂ ਹੈਗਾ। ਪ੍ਰਿੰਸੀਪਲ ਜਦੋਂ ਆਪਣਾ ਜੇ 34-35,000 ਜਿਹੜਾ ਦਿੱਤਾ ਆ ਉਹਦੇ 'ਤੇ ਕੋਈ ਟੈਕਸ ਨਹੀਂ ਲੱਗਣਾ। ਬਾਕੀ ਸਪੋਜ਼ $70,000 ਹੈਗਾ ਤੁਹਾਡਾ, 70 ਚੋਂ ਤੁਹਾਡਾ $34,000 ਕੱਢ ਦਿਓ ਅਤੇ ਜਿਹੜਾ ਬਾਕੀ $36,000 ਹੈ ਵਿਚ ਇਨਕਲੂਡਸ ਯੋਰ ਇੰਟਰਸਟ ਗੌਰਮੈਂਟ ਗ੍ਰਾਂਟ, ਉਹਦੇ 'ਤੇ ਜਿਹੜਾ ਹੈ ਉਹ ਤੁਹਾਨੂੰ ਜੋ ਵੀ ਕਢਾਏਗਾ, ਜੇ ਪੇਰੈਂਟਸ ਕਢਾਉਣਗੇ ਉਹਦੇ 'ਤੇ ਕੈਪੀਟਲ ਗੇਨ ਟੈਕਸ ਲੱਗੇਗਾ, ਜੇ ਬੱਚਾ ਕਢਾਏਗਾ ਉਹਦੀ ਇਨਕਮ 'ਚ ਐਡ ਹੋਏਗਾ। ਜੇ ਤੁਸੀਂ ਹੁਣ ਤੁਹਾਨੂੰ ਚਾਹੀਦਾ ਵੀ ਪਹਿਲਾਂ $8,000 ਹੁਣ ਇਸ ਸਾਲ ਕਢਾ ਲਓ ਜਿਹੜਾ ਗ੍ਰਾਂਟ ਵਾਲਾ, ਪਲੱਸ ਪ੍ਰਿੰਸੀਪਲ ਜਿਹੜੇ ਤੁਹਾਨੂੰ ਪੈਸੇ ਚਾਹੀਦੇ ਉਹ ਕਢਾ ਲਓ, ਠੀਕ ਹੈ। ਨਹੀਂ ਪਰ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਨੂੰ ਮੇਰੀ ਗ੍ਰਾਂਟ ਇੰਨੀ ਦੇ ਦਿਓ ਤੇ ਅੱਛਾ ਯੈਸ ਯੂ ਕੈਨ ਚੂਜ਼। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਆ ਕਿ ਐਸ ਪਰ ਦੀ HRDC ਰੂਲਸ ਤੁਸੀਂ ਚੂਜ਼ ਕਰਨਾ ਆ ਵੀ ਤੁਹਾਨੂੰ ਪ੍ਰਿੰਸੀਪਲ ਕਿੰਨਾ ਕਢਾਉਣਾ ਆ ਔਰ ਗ੍ਰਾਂਟ ਔਰ ਇੰਟਰਸਟ 'ਚੋਂ ਕਿੰਨੇ ਪੈਸੇ ਕਢਾਉਣੇ ਆ। ਅਤੇ ਪਹਿਲਾਂ ਗ੍ਰਾਂਟ ਔਰ ਇੰਟਰਸਟ ਲਓ, ਠੀਕ ਹੈ। ਗ੍ਰਾਂਟ ਔਰ ਇੰਟਰਸਟ ਤੁਸੀਂ ਲੈ ਲਈ, $8,000 ਤੁਸੀਂ ਉਹ ਲੈ ਲਏ, ਪ੍ਰਿੰਸੀਪਲ ਦੀ ਮੰਨ ਲਓ 34,000 ਤੁਸੀਂ ਕਢਾ ਲਏ, ਇਹ 42,000 ਕਢਾ ਲਏ, ਬਾਕੀ ਤੁਹਾਡੇ 28,000 ਰਹਿ ਗਏ। ਲੇਕਿਨ ਉਹ ਜਿਹੜੇ 42 ਕਢਾਏ ਆ, 34 ਤੁਹਾਡਾ ਪ੍ਰਿੰਸੀਪਲ ਸੀ, ਉਹ ਪੇਰੈਂਟਸ ਦੇ ਨਾਂ 'ਤੇ ਕਢਾਉਣੇ ਆ, ਉਹਦੇ 'ਤੇ ਕੋਈ ਟੈਕਸ ਨਹੀਂ ਲੱਗਣਾ। ਉਹੀ ਪੈਸੇ ਪੇਰੈਂਟਸ ਕਢਾ ਕੇ ਉਹਨੂੰ ਆਪਣੇ ਟੈਕਸ ਫਰੀ ਸੇਵਿੰਗ ਅਕਾਊਂਟ 'ਚ ਪਾ ਦੇਣ ਜੇ ਉਹਨਾਂ ਦੀ ਲਿਮਿਟ ਪਈ ਆ, ਜਾਂ ਬੱਚੇ ਦੀ ਲਿਮਿਟ ਹੁਣ ਬੱਚਾ 18 ਸਾਲ ਦਾ ਹੋ ਗਿਆ, ਉਹਦੀ ਲਿਮਿਟ $6,500 ਦੀ ਇਸ ਸਾਲ ਦੀ ਬਣ ਗਈ ਆ, 6,500 ਉਹਦੇ ਨਾਂ 'ਤੇ ਪਾ ਦੇਣ। ਕਿਉਂ? ਕਿਉਂਕਿ ਉਸ ਬੱਚੇ ਦੇ ਜਿਹੜੇ TFS 'ਚ ਪੈਸੇ ਹੁਣ ਗਰੋ ਕਰਨਗੇ ਜਾਂ ਪੇਰੈਂਟਸ ਦੇ ਅੰਦਰ TFS ਦੇ ਜਿਹੜੇ ਗਰੋ ਕਰਨਗੇ ਉਹਦੇ 'ਤੇ ਕੋਈ ਇਨਕਮ ਟੈਕਸ ਨਹੀਂ ਲੱਗੇਗਾ। ਬਾਕੀ ਜਿਹੜਾ ਤੁਸੀਂ ਕਹਿ ਲਓ 28,000 ਜਾਂ 26,000 ਜਿਹੜਾ ਤੁਸੀਂ ਛੱਡ ਦਿੱਤਾ ਸੀਗਾ, ਉਹ ਫਿਰ 2024 'ਚ ਤੁਸੀਂ ਦੇਖੋ ਵੀ ਬੱਚੇ ਦੀ ਕੋਈ ਹੋਰ ਸੋਰਸਿਸ ਆਫ ਇਨਕਮ ਤੇ ਨਹੀਂ ਹੈਗੀ, ਬੱਚੇ ਦੇ ਨਾਂ 'ਤੇ ਕਢਾਓ ਬਜਾਏ ਆਪਣੇ ਨਾਂ 'ਤੇ ਕਢਾਉਣ ਦੇ, ਅਦਰਵਾਈਜ਼ ਯੂ ਵਿਲ ਬੀ ਪੇਇੰਗ ਲੋਟ ਆਫ ਟੈਕਸਸ। ਅੱਛਾ, ਕਿ ਕੋਈ ਵੀ ਜਿਹੜੀ ਤੁਸੀਂ ਕਰਦੇ ਹੋ ਫਿਰ ਐਨੀ RESP ਸਰ, ਮੈਂ ਤੁਹਾਨੂੰ ਦੱਸਿਆ ਵੀ ਐਗਜ਼ਿਟ ਜਿਹੜਾ ਹੈ ਹੈਜ਼ ਟੂ ਬੀ ਪਲਾਨਡ ਵੈਰੀ ਟੈਕਸ ਐਫੀਸ਼ੀਐਂਟਲੀ, ਔਰ ਬਹੁਤ ਸਾਰੇ ਲੋਕ ਔਰ ਇਸ ਗੱਲ 'ਚ ਜਿਹੜਾ ਵੀ ਕਿਸੇ ਦਾ ਐਡਵਾਈਜ਼ਰ ਹੈ ਉਹ ਹੈਲਪ ਕਰ ਸਕਦਾ, ਐਡਵਾਈਜ਼ਰ ਹੈਲਪ ਕਰ ਸਕਦਾ। ਲੇਕਿਨ ਮੈਂ ਤੁਹਾਨੂੰ ਦੱਸਿਆ ਜੀ 90% ਸਾਡੀ ਕਮਿਊਨਿਟੀ ਦੇ ਅੰਦਰ ਇਹ ਸਕਾਲਰਸ਼ਿਪ ਪਲਾਨ ਲਏ ਹੋਏ ਸੀਗੇ, ਔਰ ਉਹਦੇ ਅੰਦਰ 82% ਦਾ ਟਰਨਓਵਰ ਰੇਟ ਆ, ਉਹ 82% ਏਜੰਟ ਛੱਡ ਗਏ ਆ। So those are ਵਿਚਾਰੇ orphan, they call them orphan clients from the... ਮੈਂ ਤਾਂ ਇੱਕ ਕੰਪਨੀ ਨੂੰ ਜਾਣਦਾ, ਮੈਂ ਉਹਨੂੰ ਦੇਖਿਆ ਪਿਛਲੇ ਕਈ ਸਾਲਾਂ 'ਚ ਉਹਨੇ 3 ਵਾਰ ਤਾਂ ਨਾਮ ਬਦਲਿਆ ਕੰਪਨੀ ਦਾ ਆਪਣਾ। ਮੈਂ ਕਹਿੰਦਾ ਜੀ ਕਈਆਂ ਨੇ ਬਦਲੇ ਨਾਮ। ਹਾਂਜੀ, ਜਦੋਂ ਕੰਪਨੀਆਂ ਨਾਂ ਕਿਉਂ ਬਦਲਦੀਆਂ ਸਰ? ਜਦੋਂ ਫਿਰ ਇਹੋ ਜਿਹੇ ਕੰਮ ਹੁੰਦੇ ਆ, ਬੈਡ ਰੈਪੂਟੇਸ਼ਨ ਇਸੇ ਕਰਕੇ ਹੁੰਦੀ ਆ। ਸਰ ਮੈਂ ਜ਼ਰੂਰ ਕਹਾਂਗਾ ਜੀ, ਜੇ ਤੁਸੀਂ ਬੇਸ਼ੱਕ ਕਿੱਥੋਂ ਵੀ RESP ਲਈ ਹੋਈ ਆ, ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਦੇ ਕੈਨ ਗਿਵ ਮੀ ਅ ਕਾਲ, ਆਈ ਕੈਨ ਹੈਲਪ ਦੈਮ ਆਊਟ। ਬਈ ਤੁਸੀਂ ਕਿਸ ਤਰ੍ਹਾਂ ਪੈਸੇ ਕਢਾਉਣੇ ਆ, ਇਰਰਿਸਪੈਕਟਿਵ ਆਫ ਐਨੀ ਕੰਪਨੀ, ਤੁਸੀਂ ਕਿਤੋਂ ਵੀ ਤੁਸੀਂ RESP ਲਈ ਹੋਈ ਆ, ਕਿਉਂਕਿ ਇਟ ਹੈਜ਼ ਟੂ ਬੀ ਫੇਸਡ ਆਊਟ ਟੈਕਸ ਐਫੀਸ਼ੀਐਂਟਲੀ, ਅਦਰਵਾਈਜ਼ ਤੁਹਾਨੂੰ ਟੈਕਸ ਕਾਫੀ ਪੈ ਸਕਦਾ ਸਰ ਉਸ 'ਤੇ। ਅਤੇ ਜੀ ਨੰਬਰ ਇੱਕ ਵਾਰ ਜ਼ਰੂਰ ਦੱਸ ਦਿਓ। ਸ਼ੋਰ ਜੀ, ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈ ਰਿਗਾਰਡਿੰਗ RESP ਵਿਡਰੋਲ ਜਾਂ ਫਾਈਨੈਂਸ਼ੀਅਲ ਪਲਾਨਿੰਗ ਔਰ ਇਨਵੈਸਟਮੈਂਟਸ ਔਰ ਇੰਸ਼ੋਰੈਂਸ, ਮਾਈ ਡਾਇਰੈਕਟ ਲਾਈਨ ਨੰਬਰ is 416-573-4798, 416-573-4798, ਪੰਜਾਬੀ 416-573-4798। ਥੈਂਕ ਯੂ, ਬਹੁਤ ਸ਼ੁਕਰੀਆ ਜੀ।